ਵਾਹਿਗੁਰੂ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮਹਿ ਜਾਗਰਤ ਨਰ ਆਇਓ, ਦੁਖਤ ਜਾਨ ਕੈ ਪਕੜ ਜਗਾਇਓ। ਤਰਸਤ ਜਾਨ ਤਿਮ ਸਤਿਗੁਰ ਦੇਖੈ, ਉਪਦੇਸ਼ਹਿ ਸੁਖ ਦੇਤ ਬਿਸਿਖੈ। ਇਤਨੇ ਮਹਿ ਜਾਗਰਤ ਨਰ ਆਇਓ, ਦੁਖਤ ਜਾਨ ਕੈ ਪਕੜ ਜਗਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ। ਹਕ ਰਾਗ ਅੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ, ਸਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸਜੇ ਹਨ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤ ਨੇ ਸਰਵਣ ਕੀਤਾ। ਰੋਜ਼ਾਨਾ ਗੁਰ ਇਤਿਹਾਸ ਦੀ ਲੜੀਵਾਰ ਕਥਾ ਜੋ ਇਸ ਪਾਵਨ ਸਥਾਨ ਉੱਪਰ ਚੱਲ ਰਹੀ ਹੈ,
ਤਿਸ ਪਾਵਨ ਕਥਾ ਦਾ ਸਮਾਂ ਹੋਇਆ। ਗੁਰੂ ਪਿਆਰਿਓ, ਆਓ ਪਾਵਨ ਕਥਾ ਸਰਵਣ ਕਰਦੇ ਹਾਂ। ਅੱਜ ਇਤਿਹਾਸਕ ਦਿਹਾੜਾ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਨੇ ਇਹ ਆਪਣਾ ਚੌਥੇ ਸਰੂਪ ਵਿੱਚ ਜੋ ਪਾਵਨ ਬਚਨ ਉਚਾਰੇ ਆ ਨਾ, 10ਵੇਂ ਸਰੂਪ ਵਿੱਚ ਸਤਿਗੁਰੂ ਕਲਗੀਧਰ ਗਰੀਬ ਨਿਵਾਜ ਜੀ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੱਤਕ ਸੁਦੀ ਦੂਜ ਸੰਮਤ 1765 ਬਿਕਰਮੀ ਨੂੰ ਦੇ ਅਨੁਸਾਰ 1708 ਈਸਵੀ ਸਨ ਨੂੰ ਧੰਨ ਗੁਰੂ ਕਲਗੀਧਰ ਗਰੀਬ ਨਿਵਾਜ ਜੀ ਨੇ ਪੰਜ ਪਿਆਰੇ ਸਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਖੜੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚੌਰ ਬਰਦਾਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਾਇਆ। ਇਸੇ ਪ੍ਰਕਾਰ ਪੰਜ ਪਿਆਰਿਆਂ ਦੇ ਵਿੱਚ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਪਿਆਰੇ ਭਾਈ ਧਰਮ ਸਿੰਘ ਸਾਹਿਬ ਜੀ ਔਰ ਤਖਤ ਸੱਚਖੰਡ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਜੀ ਦੇ ਪਹਿਲੇ ਜਥੇਦਾਰ ਭਾਈ ਸੰਤੋਖ ਸਿੰਘ ਜੀ ਔਰ ਪੰਜਵੇਂ ਸਿੰਘ ਜੋ ਲਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਰੋਜ਼ਾਨਾ ਡਾਇਰੀ ਜੋ ਲਿਖਦੇ ਭਾਈ ਹਰ ਸਿੰਘ ਸਾਹਿਬ ਜੀ, ਜੋ ਆਪਾਂ ਰੋਜ਼ਾਨਾ ਹਰ ਗੁਰੂ ਘਰ ਦੇ ਵਿੱਚ ਹਰ ਤਖਤ ਸਾਹਿਬ ਇਤਿਹਾਸਕ ਸਥਾਨਾਂ ਤੇ ਅਰਦਾਸ ਦੇ ਪਿੱਛੋਂ ਜੋ ਦੋਹਰਾ ਪੜ੍ਹਦੇ ਆ ਨਾ, ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੈ ਸਰਣ ਜੋ ਹੋਏ। ਇਹ ਦੋਹਰੇ ਭਾਈ ਹਰ ਸਿੰਘ ਸਾਹਿਬ ਜੀ ਦੀ ਡਾਇਰੀ ਵਿੱਚ ਉਹਨਾਂ ਨੇ ਉਸ ਵੇਲੇ ਅੰਕਿਤ ਕੀਤੇ ਸਨ। ਗੁਰੂ ਕੇ ਪਿਆਰਿਓ, ਇਸ ਪ੍ਰਕਾਰ ਪੰਜ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਖੜੇ ਕਰਕੇ ਔਰ ਚੌਰ ਬਰਦਾਰ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਇੱਕ ਸ੍ਰੀ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਇਸ ਪ੍ਰਕਾਰ ਅਰਪਣ ਕਰਕੇ ਸਾਰੇ ਸਿੱਖਾਂ ਨੂੰ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਹੁਕਮ ਕੀਤਾ, ਜੋ ਆਪਾਂ ਦੋਹਰੇ ਪੜ੍ਹੇ ਆ, ਹਰ ਰੋਜ਼ ਪੜ੍ਹਦੇ ਆ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਤਿਗੁਰੂ ਗਰੀਬ ਨਿਵਾਜ ਜੀ ਨੇ ਤਿਆਰੇ ਕੀਤੇ ਸਨ ਕਿ ਹੁਣ ਅਸੀਂ ਸੱਚਖੰਡ ਨੂੰ ਜਾਣਾ।
ਗੁਰੂ ਕੇ ਪਿਆਰਿਓ, ਸੋ ਕਦ ਤੱਕ ਸੁਧੀ ਦੂਜ ਨੂੰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਅਤੇ ਕਦ ਤੱਕ ਸੁਧੀ ਪੰਚਮੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਸੱਚਖੰਡ ਬਿਆਨਾ ਕੀਤਾ। ਸੋ ਇਸ ਪ੍ਰਕਾਰ ਧੰਨ ਗੁਰੂ ਗ੍ਰੰਥ ਮਹਾਰਾਜ ਜੀ ਨੂੰ ਦਾ ਗੁਰਗੱਦੀ ਦਿਹਾੜਾ ਹੈ, ਗੁਰਪੁਰਬ ਹੈ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਆਓ ਪਿਆਰਿਓ, ਪਾਵਨ ਕਥਾ ਜੋ ਹੈ ਉਹ ਅੱਗੇ ਆਪਾਂ ਆਰੰਭ ਕਰਦੇ ਹਾਂ। ਪਿਛਲਾ ਪ੍ਰਸੰਗ ਜੋੜੀਏ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋ ਸੁਪਨੇ ਦੇ ਵਿੱਚ ਰਾਜੇ ਦੇ ਅਨੇਕਾਂ ਜਨਮ ਜੋ ਸਨ ਉਹ ਭੁਗਤਾ ਦਿੱਤੀ। ਜਿਸ ਨੇ ਸ਼ੰਕਾ ਕੀਤੀ ਸੀ ਨਾ ਕਿ ਸਤਿਗੁਰੂ ਜੀ ਕਿਵੇਂ ਸਮਰੱਥ ਹਨ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਲੇਖ ਤਾਂ ਮਿਟਣੇ ਨਹੀਂ, ਜੋ ਕਰਤਾਰ ਅਕਾਲ ਪੁਰਖ ਪਰਮੇਸ਼ਰ ਨੇ ਲਿਖ ਦਿੱਤੇ ਆ, ਤੇ ਫਿਰ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਹੋਇਆ। ਤਾਂ ਸਤਿਗੁਰੂ ਗਰੀਬ ਨਵਾਜ ਜੀ ਨੇ ਫਿਰ ਪ੍ਰਤੱਖ ਪ੍ਰਮਾਣ ਦੁਆਰਾ ਨੂੰ ਸਮਝਾ ਕੇ ਵਿਖਾਇਆ ਕਿ ਗੁਰੂ ਸਾਹਿਬ ਕਿਸ ਪ੍ਰਕਾਰ ਸਹਾਇਤਾ ਕਰਦੇ ਆ ਜੀਵ ਦੀ। ਕਾਢੀ ਨਰਕ ਤੇ ਧੂ, ਨਰਕਾਂ ਤੋਂ ਧੂ ਕੇ ਕੱਢ ਲੈਂਦੇ ਆ ਤੇ ਸੂਲੀ ਤੋਂ ਸੂਲ ਬਣਾ ਦਿੰਦੇ ਆ। ਜਿਹੜੇ ਜਨਮ ਅਨੇਕਾਂ ਦੇਹਾਂ ਧਾਰ ਕੇ ਭੁਗਤਣੇ ਪੈਣੇ ਸੀ, ਉਹ ਸੁਪਨੇ ਦੇ ਵਿੱਚ ਭੁਗਤਾ ਦਿੱਤੀ। ਅੱਗੇ ਗੁਰੂ ਕੇ ਪਿਆਰਿਓ, ਸਤਿਗੁਰੂ ਗਰੀਬ ਨਵਾਜ ਜੀ ਸੰਤੋਖ ਸਰ ਜਿਹੜਾ ਅਸਥਾਨ ਹੈ ਨਾ ਟਾਹਲੀ ਸਾਹਿਬ, ਸਰੋਵਰ ਦੀ ਖੁਦਾਈ ਕਰਾ ਰਹੇ ਆ। ਪੁੱਟਦਿਆਂ ਡੂੰਘਾ ਚਲਾ ਗਿਆ, ਹੇਠੋਂ ਮੱਠ ਨਿਕਲਿਆ। ਮੱਠ ਦਾ ਦਰਵਾਜ਼ਾ, ਉਹਦੇ ਅੱਗੋਂ ਮਿੱਟੀ ਹਟਾਈ, ਦੇਖਿਆ ਦਰਵਾਜ਼ਾ ਖੋਲਿਆ, ਵਿੱਚੋਂ ਇੱਕ ਜੋਗੀ ਨਿਕਲਿਆ। ਯੋਗੀ ਸਤਜੁਗ ਦਾ ਸਮੇਂ ਦਾ ਬੈਠਾ ਹੈ। ਗੁਰੂ ਕੇ ਪਿਆਰਿਓ, ਜਿਸ ਵੇਲੇ ਤੱਕਿਆ ਸੰਗਤਾਂ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ, ਗਰੀਬ ਨਵਾਜ ਜੀ ਨੇ ਹੁਕਮ ਕੀਤਾ ਔਰ ਕਸਤੂਰੀ ਲੈ ਕੇ, ਮੱਖਣ ਲੈ ਕੇ ਉਹਦੇ ਦਸਮ ਦੁਆਰ ਤੇ ਚੱਸਿਆ, ਤਲੀਆਂ ਨੂੰ ਚੱਸਿਆ, ਕਿਉਂਕਿ ਉਹਨੇ ਸਮਾਧੀ ਲਾਈ ਸੀ। ਸਮਾਧੀ ਦੇ ਵਿੱਚ ਉਹ ਬੈਠਾ ਸੀ, ਉਹਦੇ ਪ੍ਰਾਣ ਹੇਠਾਂ ਉਤਰੇ। ਅੱਖਾਂ ਖੋਲ ਕੇ ਦੇਖਿਆ, ਪੁੱਛਣ ਲੱਗਾ ਕਿਹੜਾ ਸਮਾਂ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਦੱਸਿਆ ਕਿ ਕਲਯੁਗ ਦਾ ਸਮਾਂ ਹੈ। 5000 ਵਰਾ ਕਲਯੁਗ ਬਤੀਤ ਹੋ ਚੁੱਕਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ। ਕਹਿਣ ਲੱਗਾ, ਜੀ ਇਹ ਕੌਣ ਹਨ ਤੇਜ ਪ੍ਰਤਾਪ ਵਾਲੇ, ਜਿਨ੍ਹਾਂ ਦੇ ਚਿਹਰੇ ਤੇ ਬੜਾ ਭਾਰੀ ਨੂਰ ਹੈ। ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹਨਾਂ ਦੀ ਪੰਜਵੀਂ ਜੋਤ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਕਹਿਣ ਲੱਗਾ, ਮੇਰੇ ਗੁਰੂ ਨੇ ਇਹੀ ਕਿਹਾ ਸੀ। ਮੈਂ ਸਤਜੁਗ ਦੇ ਵਿੱਚ ਆਪਣੇ ਗੁਰੂ ਨੂੰ ਪੁੱਛਿਆ ਸੀ ਕਿ ਮੈਨੂੰ ਮੁਕਤੀ ਚਾਹੀਦੀ ਹੈ, ਕੇਵਲ ਮੁਕਤੀ। ਤਾਂ ਮੇਰਾ ਗੁਰੂ ਕਹਿਣ ਲੱਗਾ, ਉਹ ਸਮਰੱਥ ਸੀ। ਉਹ ਕਹਿਣ ਲੱਗਾ ਕਿ ਹੁਣ ਨਹੀਂ ਤੈਨੂੰ ਮਿਲ ਸਕਦੀ। ਜੇ ਤੇ ਤੂੰ ਮੁਕਤੀ ਲੈਣੀ ਆ ਤੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਉਣਗੇ, ਪੰਜਵੇਂ ਸਰੂਪ ਤੇਰਾ ਉਧਾਰ ਕਰਨਗੇ, ਉਹਨਾਂ ਸਮਾਂ ਤੂੰ ਢੀਕ। ਕਹਿਣ ਲੱਗਾ, ਜੀ ਮੈਂ ਇੰਨਾ ਸਮਾਂ ਰਵਾਂਗਾ ਕਿਵੇਂ। ਉਸ ਸਮੇਂ ਉਹ ਜੋਗਾ ਅਭਿਆਸੀ ਪੂਰਾ ਸੀ ਔਰ ਉਹਨੇ ਫਿਰ ਭੁਜੰਗਮਾ ਨਾੜੀ ਦੇ ਰਾਹੀਂ ਇਹ ਸਮਾਧੀ ਲਗਾ ਦਿੱਤੀ। ਇੱਕ ਨਾੜੀ ਲਾਉਂਦੇ, ਇੱਕ ਸਮਾਧੀ ਲਾਉਂਦੇ ਆ, ਜਿਵੇਂ ਇਹ ਪੂਰਕ ਕੁੰਭਕ ਰੇਚਕ ਕਰਕੇ ਉਹ ਥੋੜੇ ਸਮੇਂ ਵਾਸਤੇ ਹੁੰਦੀ ਆ, ਪਰ ਜਿਹੜੀ ਭੁਜੰਗਮਾ ਨਾੜੀ ਨੂੰ ਸੋਧ ਕੇ ਖੜ ਚੱਕਰ ਭੇਦ ਕੇ ਲਾਉਂਦੇ, ਉਹ ਲੰਮੇ ਸਮੇਂ ਵਾਸਤੇ ਹੋ ਜਾਂਦੀ ਆ।
ਇਸ ਪ੍ਰਕਾਰ ਗੁਰੂ ਕੀ ਪਿਆਰਿਓ ਧੰਨ ਸੋ ਉਸ ਸਮੇਂ ਉਹ ਜੋਗੀ ਦੇ ਗੁਰੂ ਨੇ ਉਹਦੀ ਸਮਾਧੀ ਲਵਾ ਦਿੱਤੀ, ਇੱਕ ਮੱਠ ਦੇ ਵਿੱਚ ਬਿਠਾ ਦਿੱਤਾ। ਮੱਠ ਜੋ ਅਸੀਂ ਪੱਧਰੇ ਜਿਵੇਂ ਆਮ ਛੋਟਾ ਜਿਹਾ ਮਕਾਨ ਮੱਠ ਹੁੰਦੇ ਸੀ ਪਹਿਲਾਂ, ਉਹਦੇ ਵਿੱਚ ਬਿਠਾ ਦਿੱਤਾ। ਸਤਜੁਗ ਤੋਂ ਮਿੱਟੀ ਧੂੜ ਕੰਕਰਾਂ ਦੇ ਨਾਲ ਇੰਨੀ ਉਹ ਹੇਠਾਂ ਚਲਾ ਗਿਆ ਕਿ ਖੁਦਾਈ ਕਰਦਿਆਂ ਫਿਰ ਹੇਠੋਂ ਮਿਲਿਆ। ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਕਿ ਕਿਵੇਂ ਪੰਜਾਂ ਦਾ ਕੀ ਹਾਲ ਹੈ? ਅੱਖਾਂ ਨੀਵੀਆਂ ਪਾ ਲਈਆਂ ਕਿ ਇਹਨਾਂ ਕਰਕੇ ਹੀ ਮੈਂ ਬੈਠਾ। ਧੰਨ ਗੁਰੂ ਗਰੀਬ ਨਵਾਜ ਜੀ ਮੇਰਾ ਹੱਲ ਕਰਨ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ। ਗਰੀਬ ਨਵਾਜ ਜੀ ਜਿਵੇਂ ਉਪਦੇਸ਼ ਦੇ ਕਰਕੇ ਸਮਝਾ ਰਹੇ ਆ, ਆਓ ਗੁਰੂ ਪਿਆਰਿਓ ਇਕਾਗਰਤਾ ਦੇ ਨਾਲ ਆਪ ਜੀ ਦੇਵਤੇ ਵਾਂਗੂ ਸਮਾਧੀਆਂ ਲਾ ਕੇ ਸਰਵਣ ਕਰ ਰਹੇ ਹੋ, ਇਸੇ ਪ੍ਰਕਾਰ ਹੀ ਕਿਰਪਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮਹਿ ਜਾਗਰਤ ਨਰ ਆਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦਿਆਂ ਜੋਗੀ ਨੂੰ ਸਮਝਾਇਆ ਕਿ ਇਹ ਸੰਸਾਰ ਸੁਪਨੇ ਦੀ ਤਰ੍ਹਾਂ, ਜਿਵੇਂ ਕੋਈ ਸੁਪਨੇ ਦੇ ਵਿੱਚ ਆਦਮੀ ਸੁੱਤਾ ਹੋਵੇ। ਚਲ ਕੋਈ ਨਹੀਂ, ਉਪਦੇਸ਼ ਆਰੰਭ ਕਰ ਲਓ। ਚਲੋ ਹਾਂਜੀ। ਦੋਹਰਾ ਸ੍ਰੀ ਗੁਰ ਕਿਰਪਾ ਨਿਧਾਨ ਸੁਨ, ਲਖ ਕੈ ਸੁਧ ਅਧਿਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਯੋਗੀ ਦੀ ਬੇਨਤੀ ਨੂੰ ਸੁਣ ਕੇ ਕਿ ਇਹ ਅਧਿਕਾਰੀ ਹੈ ਉਪਦੇਸ਼ ਦਾ, ਸਤਿਗੁਰੂ ਗਰੀਬ ਨਵਾਜ ਨਿਰਨੈ ਕੀਨਸ ਬ੍ਰਹਮ ਕੋ ਤਿਸ ਪ੍ਰਤ ਬਾਕ ਉਚਾਰ। ਯੋਗੀ ਦੇ ਪ੍ਰਤੀ ਸਤਿਗੁਰੂ ਜੀ ਨੇ ਬਾਕ ਬਚਨ ਉਚਾਰ ਕੇ ਬ੍ਰਹਮ ਦਾ ਨਿਰਣਾ ਕੀਤਾ ਹੈ। ਚੌਪਈ ਭੋ ਜੋਗੇਸਰ ਅਚਰਜ ਅਹੈ। ਗਰੀਬ ਨਵਾਜ ਜੀ ਨੇ ਫਰਮਾਇਆ, ਇਹ ਜੋਗੀ, ਇਹ ਜੋਗੀਆਂ ਦੇ ਰਾਜਾ, ਇਹ ਜੋਗੀ ਰਾਜ, ਇਹ ਬੜੀ ਅਚਰਜ ਗੱਲ ਹੈ। ਅਕਹਿ ਬ੍ਰਹਮ ਕੋ ਕਿਮ ਕੋ ਕਹੈ। ਜੋ ਅਕਹਿ ਬ੍ਰਹਮ ਹੈ, ਜੋ ਕਿਹਾ ਨਹੀਂ ਜਾ ਸਕਦਾ, ਉਹਨੂੰ ਕਿਵੇਂ ਕੋਈ ਕਥਨ ਕਰ ਸਕਦਾ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਉਹ ਤਾਂ ਸਵੈ ਅਨੁਭਵ ਪ੍ਰਮਾਣ ਹੈ, ਕਿਵੇਂ ਉਹਨੂੰ ਕਿਹਾ ਜਾਵੇ। ਨਾਮ ਅਗੋਚਰ ਭਾਖਤ ਤਾਹੇ। ਇਸੇ ਕਰਕੇ ਉਸ ਦਾ ਨਾਮ ਅਗੋਚਰ ਕਿਹਾ ਜਾਂਦਾ। ਅਗੋਚਰ ਹੁੰਦਾ ਜੋ ਇੰਦਰੀਆਂ ਦੇ ਅਵਿਸ਼ੇ ਹੋਵੇ। ਕਿਸੀ ਰਖੀਕ ਵਿਸ਼ੈ ਕਬ ਨਾਹੇ। ਕਿਸੇ ਵੀ ਇੰਦਰੀ ਦੇ ਵਿਸ਼ੇ ਕਦੀ ਨਾ ਹੋਵੇ। ਤਉ ਜਨਾਵਨ ਸਿੱਖਿਅਨ ਕਾਰਨ। ਪਰ ਫਿਰ ਵੀ ਸਿੱਖਾਂ ਨੂੰ ਜਣਾਉਣ ਵਾਸਤੇ ਕਰੁਣਾ ਕਰ ਗੁਰ ਕਰਹਿ ਉਚਾਰਨ। ਸਤਿਗੁਰੂ ਗਰੀਬ ਨਵਾਜ ਕਿਰਪਾ ਦੇ ਘਰ ਵਿੱਚ ਆ ਕਰਕੇ ਉਚਾਰਨ ਕਰਦੇ ਹਨ। ਰਚਹਿ ਸਮਗਰੀ ਜੋ ਮਨ ਆਪਣੇ। ਸਤਿਗੁਰਾਂ ਨੇ ਫਰਮਾਇਆ ਕਿ ਜੋ ਆਪਣੇ ਮਨ ਦੇ ਵਿੱਚ ਸਮਗਰੀ ਜੀਵ ਰਚਦਾ ਹੈ। ਸਤਿ ਪ੍ਰਤੀਤ ਹੋਤ ਸਭ ਸੁਪਨੇ। ਬੁੱਧੀ ਮਿਥਿਆ ਨੂੰ ਨਿਸ਼ਚੈ ਕਰਦੀ, ਇਸ ਕਰਕੇ ਇਹ ਸਾਰਾ ਕੁਝ ਸਤ ਪ੍ਰਤੀਤ ਹੁੰਦਾ ਸੁਪਨੇ ਵਿੱਚ। ਭੈ ਕੋ ਪਾਏ ਉਠੇ ਬਰੜਾਏ। ਡਰ ਪ੍ਰਾਪਤ ਕਰਕੇ ਬਰੜਾ ਕੇ ਉੱਠਦਾ ਫਿਰ। ਤ੍ਰੇ ਸੰਗਮ ਤੇ ਰੇਤ ਮਚਾਏ। ਸੁਪਨੇ ਦੇ ਵਿੱਚ ਪਰਾਈ ਇਸਤਰੀ ਦਾ ਸੰਗ ਕਰਕੇ ਤਾਂ ਉਥੇ ਅਪਵਿੱਤਰ ਹੋ ਜਾਂਦਾ ਹੈ। ਹਸਹਿ ਕਹੂੰ ਕਬ ਰੁਦਨ ਪੁਕਾਰੈ। ਸੁਪਨੇ ਦੇ ਵਿੱਚ ਕੋਈ ਵਸਤੂ ਪ੍ਰਾਪਤ ਹੋਵੇ ਹੱਸਣ ਲੱਗ ਪੈਂਦਾ, ਕੋਈ ਵਸਤੂ ਨਾਸ਼ ਹੋ ਜਾਏ ਰੋਣ ਲੱਗ ਪੈਂਦਾ ਹੈ। ਕਬਹੂ ਬਿਖਾਦ ਅਧਿਕ ਉਰ ਧਾਰੈ। ਕਾਦੀ ਬਹੁਤਾਈ ਵਿਖਾਦ ਝਗੜਾ ਮਨ ਚ ਧਾਰਦਾ ਹੈ। ਜੋ ਸੁਪਨੇ ਮਹਿ ਜਾਣੇ ਸਾਚੇ। ਔਰ ਸੁਪਨੇ ਵਿੱਚ ਜੋ ਇਹ ਪਦਾਰਥ ਸੱਚੇ ਜਾਣਦਾ ਹੈ। ਸੋਗ ਹਰਖ ਤੋ ਤਿਹ ਛਿਨ ਰਾਚੇ।
ਤਾਂ ਇਹਨਾਂ ਪਦਾਰਥਾਂ ਨੂੰ ਸੱਚੇ ਜਾਣ ਕੇ ਇਹਨਾਂ ਵਿੱਚ ਸੋਗ ਪਦਾਰਥ ਦੇ ਆਏ ਤੋਂ ਸੋ ਖੁਸ਼ੀ ਪ੍ਰਾਪਤ ਕਰਦਾ, ਪਦਾਰਥ ਨਾਸ ਹੋਣ ਤੋਂ ਸ਼ੋਕ ਪ੍ਰਾਪਤ ਕਰਦਾ ਹੈ। ਜੇ ਕਰ ਕੂਰ ਲਖੈ ਤੇ ਤਬੈ, ਪਰ ਜੇਕਰ ਇਹਨਾਂ ਪਦਾਰਥਾਂ ਨੂੰ ਝੂਠੇ ਜਾਣੇ, ਸੁਪਨ ਕਿਰਿਆ ਇਹ ਹੋਏ ਨਾ ਸਬੈ, ਤਾਂ ਇਹ ਸਾਰੀ ਜੋ ਸੁਪਨੇ ਵਿੱਚ ਹਰਖ ਸ਼ੋਕ ਦੀ ਕਿਰਿਆ ਕਦੀ ਨਹੀਂ ਹੋ ਸਕਦੀ। ਜਿਮ ਬਾਜੀਗਰ ਆਪਣੀ ਮਾਇਆ, ਕਵੀ ਜੀ ਕਹਿੰਦੇ ਸਤਿਗੁਰਾਂ ਉਕਤ ਫਰਮਾ ਰਹੇ ਹਨ ਕਿ ਜਿਸ ਪ੍ਰਕਾਰ ਬਾਜੀਗਰ ਆਪਣੀ ਮਾਇਆ ਦੁਆਰਾ ਮਿਥਿਆ ਲਖ ਸੋਗ ਨਾ ਹਰਖਾਇਆ, ਉਹ ਆਪਣੀ ਮਾਇਆ ਦੀ ਖੇਡ ਜਾਣ ਕੇ ਕਿ ਇਹ ਤਾਂ ਝੂਠੀ ਹੈ, ਉਹਦੇ ਵਿੱਚ ਮਨ ਨਹੀਂ ਲਾਉਂਦਾ, ਨਾ ਹਰਖ ਤੇ ਨਾ ਸ਼ੋਗ ਨੂੰ ਧਾਰਦਾ ਹੈ। ਜਬ ਸੁਪਨਾ ਇਸ ਕੋ ਮਿਟ ਜਾਵੇ, ਇਸੇ ਪ੍ਰਕਾਰ ਜੇਕਰ ਇਹ ਜੀਵ ਦਾ ਸੁਪਨਾ ਜਿਹੜਾ ਨਾ ਇਹ ਮਿਟ ਜਾਵੇ, ਝੂਠੋ ਲਖੈ ਨਾ ਪੁਨ ਬਿਰਮਾਵੇ, ਤਾਂ ਫਿਰ ਇਹ ਜਗਤ ਨੂੰ ਝੂਠਾ ਜਾਣੇ, ਇਹਦੇ ਵਿੱਚ ਫਿਰ ਮਨ ਨਹੀਂ ਰਚਦਾ ਹੈ। ਵਿਖਿਓ ਕਿਹਰੀ ਸੁਪਨੇ ਮਾਹੀ, ਦ੍ਰਿਸ਼ਟਾਂਤ ਦਿੰਦੇ ਹਨ ਸਤਿਗੁਰੂ, ਜਿਸ ਪ੍ਰਕਾਰ ਕੋਈ ਮਾਨੋ ਜੀਵ ਆਪਣੇ ਮੰਜੇ ਤੇ ਸੁੱਤਾ, ਉਹਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਉਹਨੇ ਕਿਹੜੀ ਸ਼ੇਰ ਵੇਖਿਆ ਹੈ, ਜਾਗੇ ਤੇ ਭਾਗੈ ਕਿਤ ਨਾਹੀ, ਤਾਂ ਉਹ ਫਿਰ ਡਰਦਾ ਹੈ। ਪਰ ਜੇ ਉਹ ਜਾਗਦਾ ਹੋਵੇ ਤੇ ਸੁਪਨਾ ਆਉਣਾ ਨਹੀਂ, ਫਿਰ ਉਹਨੂੰ ਭੱਜਣ ਦੀ ਲੋੜ ਨਹੀਂ ਹੈ। ਸੁਪਨ ਸਮਗਰੀ ਸਕਲੀ ਲਖ, ਇਸੇ ਪ੍ਰਕਾਰ ਸੁਪਨੇ ਦੀ ਇਹ ਸਾਰੀ ਸਮੱਗਰੀ ਜਾਣ ਕੇ ਹਰਖ ਸੋਕ ਕੋ ਕਰਹਿ ਨਾ ਉਰ ਕਿਮ, ਕਿਸੇ ਪ੍ਰਕਾਰ ਵੀ ਗਿਆਨਵਾਨ ਹਰਖ ਤੇ ਸ਼ੋਕ ਮਨ ਵਿੱਚ ਨਹੀਂ ਆਉਣ ਦਿੰਦੇ। ਤਿਸੀ ਰੀਤ ਜਾਵਦ ਅਗਿਆਨਾ, ਇਸ ਪ੍ਰਕਾਰ ਜਿਵੇਂ ਜੋ ਅਗਿਆਨ ਹੈ ਜਿੰਨਾ ਚਿਰ ਤੱਕ ਜਗਤ ਸਾਚ ਜਨੀਅਤ ਬਿਦ ਨਾਨਾ, ਉਹਨਾਂ ਚਿਰ ਤੱਕ ਇਹ ਨਾਨਾ ਪ੍ਰਕਾਰ ਦਾ ਜੋ ਜਗਤ ਹੈ ਨਾ ਸੰਸਾਰ, ਇਹ ਸੱਚਾ ਜਾਣਦਾ ਹੈ। ਪ੍ਰਾਪਤ ਇਸ਼ਟ ਹਰਖ ਉਰ ਭਾਰੈ, ਜਦੋਂ ਇਸ਼ਟ ਕਹਿੰਦੇ ਹਨ ਪਿਆਰੀ ਵਸਤੂ ਨੂੰ, ਜਦੋਂ ਪਿਆਰੀ ਵਸਤੂ ਪ੍ਰਾਪਤ ਹੋ ਜਾਵੇ ਤਾਂ ਹਿਰਦੇ 'ਚ ਬੜਾ ਖੁਸ਼ ਹੁੰਦਾ ਹੈ। ਹੋਤ ਅਨਿਸ਼ਟ ਸ਼ੋਕ ਕਰ ਭਾਰੈ, ਔਰ ਇਸ਼ਟ ਦੀ ਥਾਂ ਅਨਿਸ਼ਟ ਹੋ ਜਾਵੇ, ਕੋਈ ਚੀਜ਼ ਜਿਹੜੀ ਨਹੀਂ ਚਾਹੁੰਦਾ, ਦੁੱਖ ਨੂੰ ਜੀਵ ਨਹੀਂ ਚਾਹੁੰਦਾ, ਸੋਗ ਨੂੰ ਨਹੀਂ ਚਾਹੁੰਦਾ, ਉਹ ਮਿਲ ਜਾਵੇ ਬੜਾ ਦੁਖੀ ਹੁੰਦਾ ਹੈ। ਰਾਗ ਦਵੈਸ਼ ਪੈ ਆਦਿਕ ਜੋਈ, ਇਸੇ ਕਰਕੇ ਰਾਗ ਦਵੈਸ਼ ਡਰ ਆਦਿਕ ਜੋ ਹਨ, ਇਨ ਕੋ ਧਰਤ ਅਨਕ ਦੁਖ ਖੋਈ, ਇਹਨਾਂ ਨੂੰ ਤਾਰਦਾ ਹੈ ਔਰ ਅਨੇਕਾਂ ਹੀ ਦੁੱਖ ਸਹਾਰਦਾ ਹੈ। ਵੱਡੇ ਭਾਗ ਤੇ ਸਤਿਗੁਰ ਪਾਏ, ਸੋ ਇਹਨਾਂ ਨੂੰ ਦੁੱਖ ਖਿਆਈ ਦੁੱਖ ਸਹਾਰਦਾ ਹੈ। ਪਰ ਜੇਕਰ ਵੱਡੇ ਭਾਗ ਹੋਣ ਇਸ ਜੀਵ ਦੇ ਤਾਂ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ। ਮਿਟਹਿ ਕਲੇਸ਼ ਸੋ ਲੇਤ ਬਚਾਏ, ਸਤਿਗੁਰੂ ਗਰੀਬ ਨਵਾਜ ਇਹ ਸਾਰੇ ਕਲੇਸ਼ ਨਾਸ਼ ਕਰ ਦਿੰਦੇ ਆ, ਜੀਵ ਦੇ ਕਲੇਸ਼ ਮਿਟ ਜਾਂਦੇ ਆ। ਔਰ ਕਲੇਸ਼ ਮਿਟਣ ਤੋਂ ਸਤਿਗੁਰੂ ਜੀ ਇਹ ਜੀਵ ਨੂੰ ਹਰਖ ਸੋਗ ਤੋਂ ਬਚਾ ਲੈਂਦੇ ਆ, ਭੈ ਆਦਿਕ ਤੋਂ ਬਚਾ ਲੈਂਦੇ ਹਨ। ਜਿਮ ਸੁਪਨੇ ਮਹਿ ਸ਼ੇਰ ਕਰਾਲ, ਦ੍ਰਿਸ਼ਟਾਂਤ ਦਿੰਦੇ ਹਨ ਜਿਵੇਂ ਸੁਪਨੇ ਵਿੱਚ ਭਾਰੀ ਭਿਆਨਕ ਸ਼ੇਰ ਵੇਖ ਲਵੇ ਕੋਈ, ਦੇਖਤ ਉਪਜਿਓ ਤਰਾਸ ਵਿਸਾਲ। ਸੋ ਜੀਵ ਨੇ ਸੁਪਨਾ ਵੇਖਿਆ ਸ਼ੇਰ ਨੂੰ, ਸੁਪਨੇ ਵਿੱਚ ਸ਼ੇਰ ਵੇਖ ਕਰਕੇ ਉੱਠ ਭੱਜਾ ਹੈ। ਭਾਗਿਓ ਜਾਏ ਨਾ ਗਿਰ ਗਿਰ ਜਾਵੇ, ਹੁਣ ਭੱਜਿਆ ਨਹੀਂ ਜਾਂਦਾ, ਡਿੱਗ ਡਿੱਗ ਕੇ ਪੈਂਦਾ ਹੈ। ਹੋਤ ਅਸ਼ੱਕਿਆ ਡਰੇ ਬਰੜਾਵੇ, ਔਰ ਫਿਰ ਕੀ ਹੁੰਦਾ, ਡਰਦਾ ਹੈ, ਬਰੜਾਉਂਦਾ ਹੈ, ਕਮਜ਼ੋਰ ਹੋਣ ਕਰਕੇ। ਇਤਨੇ ਮਹਿ ਜਾਗਰਤ ਨਰ ਆਇਓ, ਪਰ ਹੈ ਤਾਂ ਉਹ ਮੰਜੇ ਤੇ ਪਿਆ, ਇੰਨੇ ਚਿਰ ਨੂੰ ਕੋਈ ਜਾਗਦਾ ਆਦਮੀ ਉਹਦੇ ਪਾਸ ਆਇਆ। ਦੁਖਤ ਜਾਣ ਕੈ ਪਕਰ ਜਗਾਇਓ,
ਜਾਗਦੇ ਆਦਮੀ ਨੇ ਵੇਖਿਆ ਕਿ ਇਹ ਤਾਂ ਮੰਜੇ ਤੇ ਪਿਆ ਬੜਾ ਘਬਰਾ ਰਿਹਾ, ਕੀ ਗੱਲ ਹੈ? ਬਾਂਹ ਤੋਂ ਪਕੜ ਕੇ ਹਿਲਾ ਕੇ ਉਠਾਇਆ ਹੈ। ਤਰਸਤ ਜਾਨ ਤਿਮ ਸਤਿਗੁਰ ਦੇਖੈ ਹੈ। ਜਿਵੇਂ ਜਾਗਦੇ ਆਦਮੀ ਨੇ ਸੁੱਤੇ ਨੂੰ ਦੁਖੀ ਜਾਣ ਕੇ ਹਿਲਾ ਕੇ ਉਠਾਇਆ, ਇਸੇ ਪ੍ਰਕਾਰ ਜੀਵ ਨੂੰ ਸੋ ਇਹ ਵਿਕਾਰਾਂ ਨਾਲ ਡਰਦਾ, ਭਰਮ ਦੇ ਵਿੱਚ ਡਰਦੇ ਹੋਏ ਨੂੰ ਵੇਖ ਕਰਕੇ ਸਤਿਗੁਰੂ ਜੀ ਜਗਾਉਂਦੇ ਹਨ। ਉਪਦੇਸ਼ ਹੈ ਸੁਖ ਦੇਤ ਬਸ਼ੇਖੈ ਹੈ। ਗਰੀਬ ਨਵਾਜ ਸਤਿਗੁਰੂ ਆਪਣਾ ਉਪਦੇਸ਼ ਦੇ ਕਰਕੇ ਸੋ ਗਿਆਨ ਬਖਸ਼ਿਸ਼ ਕਰ ਦਿੰਦੇ ਹਨ। ਜਨਮ ਮਰਨ ਦੁਐ ਤੁਝ ਮਹਿ ਨਾਹੀ। ਸਤਿਗੁਰੂ ਜੀ ਗਿਆਨ ਕੀ ਬਖਸ਼ਦੇ ਆ? ਮਹਾਰਾਜ ਜੀ ਨੇ ਗਿਆਨ ਬਖਸ਼ਿਆ ਹੈ, ਜੀਵ ਤੂੰ ਭਰਮ ਦੇ ਵਿੱਚ ਭਰਮਿਆ। ਅਸਲ 'ਚ ਕਹੋ ਕਬੀਰ ਇਹੋ RAM ਕੀ ਅੰਸ਼, ਇਹ ਜੀਵ RAM ਦੀ ਅੰਸ਼ ਹੈ, ਬ੍ਰਹਮ ਦਾ ਸਰੂਪ ਹੈ। ਬ੍ਰਹਮ ਜੋ ਸਤ ਚਿਤ ਆਨੰਦ ਹੈ, ਪਰਮੇਸ਼ਰ ਜੋ ਸੱਚ ਰੂਪ ਹੈ, ਕਦੀ ਜਨਮਦਾ ਨਹੀਂ, ਮਰਦਾ ਨਹੀਂ, ਤਿੰਨਾਂ ਕਾਲਾਂ 'ਚ ਨਾਸ਼ ਨਹੀਂ ਹੁੰਦਾ, ਉਹ ਸੱਚਾ ਹੈ। ਚੇਤਨ ਹੈ ਜੋ ਸਾਰਿਆਂ ਨੂੰ ਹਰਕਤ 'ਚ ਲਿਆਉਣ ਵਾਲਾ, ਚੇਤਨਤਾਈ ਵਾਲਾ, ਔਰ ਆਨੰਦ ਰੂਪ ਹੈ। ਜਹ ਆਨੰਦ ਦੁੱਖ ਦੂਰ ਭਰਾਨਾ। ਜਿੱਥੇ ਆਨੰਦ ਪ੍ਰਾਪਤ ਹੋ ਜਾਏ ਉਹਦੇ ਨੇੜੇ ਦੁੱਖ ਆਉਂਦਾ ਹੀ ਨਹੀਂ। ਇਸੇ ਕਰਕੇ ਆਪਾਂ ਮਹਾਂਪੁਰਖਾਂ ਦੀਆਂ ਸਾਖੀਆਂ ਸੁਣਦੇ ਆ ਨਾ। ਅਮਰ ਸ਼ਹੀਦ ਬਾਬਾ ਮਨੀ ਸਿੰਘ ਸਾਹਿਬ ਜੀ ਦੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ, ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਸੀ ਸਤਿਗੁਰਾਂ ਪਾਸੋਂ, ਬ੍ਰਹਮਾਨੰਦ, ਜਿਸ ਕਾਰਨ ਬੰਦ ਵੀ ਕੱਟਿਆ ਗਿਆ ਤੇ ਉਹਨਾਂ ਨੂੰ ਦੁੱਖ ਨਹੀਂ ਹੋਇਆ। ਜਿਸ ਕਾਰਨ ਗੁਰੂ ਕੇ ਪਿਆਰਿਓ ਸੀਸ ਧੜ ਤੋਂ ਅਲੱਗ ਹੋਣ ਦੇ ਬਾਵਜੂਦ ਬਾਬਾ ਦੀਪ ਸਿੰਘ ਸਾਹਿਬ ਜੀ ਸੀਸ ਨੂੰ ਖੱਬੀ ਤਲੀ ਤੇ ਟਿਕਾ ਕਰਕੇ ਸੱਜੇ ਹੱਥ ਦੇ ਨਾਲ 18 ਸ਼ੇਰ ਦਾ ਖੰਡਾ ਵਾਹੁੰਦੇ, ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾ ਕੇ ਆਪਣੇ ਸਰੀਰ ਨੂੰ ਸ਼ਾਂਤ ਕੀਤਾ ਸੀ। ਜਿਨ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਗੁਰੂ ਕੀ ਸੰਗਤਾਂ ਬੜੇ ਪ੍ਰੇਮ ਨਾਲ, ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਨਮਸਕਾਰ ਹੈ ਇਹੋ ਜਿਹੇ ਮਹਾਂਪੁਰਖਾਂ ਨੂੰ। ਭੂਖ ਨਾ ਤ੍ਰਿਖਾ ਨਾ ਹੋਇ ਤੋਹਿ ਮਾਹੀ। ਸਤਿਗੁਰੂ ਗਰੀਬ ਨਵਾਜ ਜੀ ਸਮਝਾਉਂਦੇ, ਭਾਈ ਤੇਰੇ ਵਿੱਚ ਦੁੱਖ ਭੁੱਖ ਤ੍ਰਿਖਾ ਆਦਿਕ ਨਹੀਂ ਹੈ। ਹਰਖ ਸ਼ੋਕ ਕੋ ਲੇਸ਼ ਨਾ ਤੋ ਮੈਂ। ਹਰਖ ਤੇ ਸੋਗ ਇਹਦਾ ਲੇਸ਼ ਮਾਤਰ ਵੀ ਤੇਰੇ ਸ਼ੁੱਧ ਸਰੂਪ ਵਿੱਚ ਨਹੀਂ ਹੈ। ਇਨ ਤੇ ਪਰੇ ਰੂਪ ਲਖ ਸੋ ਮੈਂ। ਜੰਮਣ ਮਰਨ ਇਹ ਦੇਹੀ ਨੂੰ ਹੈ, ਸਥੂਲ ਦੇਹੀ ਨੂੰ ਪ੍ਰਾਪਤ ਹੁੰਦਾ ਹੈ। ਜੰਮਦੀ ਤੇ ਮਰਦੀ ਦੇਹ ਹੈ, ਸਰੀਰ ਹੈ। ਹਰਖ ਤੇ ਸੋਗ ਇਹ ਮਨ ਨੂੰ ਪ੍ਰਾਪਤ ਹੁੰਦੇ ਆ। ਔਰ ਜੋ ਆਤਮਾ ਹੈ ਇਹਨਾਂ ਤੋਂ ਪਰੇ ਹੈ। ਜੋ ਆਤਮ ਗਿਆਨੀ ਹਨ ਉਹ ਗੁਰੂ ਕੇ ਪਿਆਰਿਓ ਫਿਰ ਇਹਦੇ ਵਿੱਚ ਨਹੀਂ ਫਸਦੇ, ਇਹਨਾਂ ਵਿਕਾਰਾਂ ਕਰਕੇ ਉਲਝਦੇ ਨਹੀਂ ਹਨ। ਭੁੱਖ ਤੇ ਪਿਆਸ ਇਹ ਪ੍ਰਾਣਾਂ ਨੂੰ ਲੱਗਦੀ ਹੈ। ਜਿਹੜੇ ਗੁਰੂ ਕੇ ਪਿਆਰੇ ਆਤਮ ਗਿਆਨੀ ਉਹ ਫਿਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੋ ਜਾਂਦੇ ਹਨ। ਇਤਿ ਆਦਿਕ ਜਬ ਦੈ ਉਪਦੇਸ਼। ਇਤਿਆਦਿਕ ਜਦੋਂ ਸਤਿਗੁਰੂ ਜੀ ਉਪਦੇਸ਼ ਦੇ ਕਰਕੇ ਆਪਣੀ ਮਿਹਰ ਭਰੀ ਨਦਰ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦੇ ਹਨ। ਹਿਰਦੈ ਹਾਨ ਅਗਿਆਨ ਅਸ਼ੇਸ਼। ਫਿਰ ਉਸ ਵੇਲੇ ਇਹ ਜੀਵ ਦੇ ਹਿਰਦੇ ਚੋਂ ਇਹ ਸਾਰਾ ਹੀ ਅਗਿਆਨ ਨਾਸ਼ ਕਰ ਦਿੰਦੇ ਹਨ। ਤਬ ਇਹੋ ਜਗਤ ਝੂਠ ਇਮ ਮਾਨੈ। ਤਦੋਂ ਫਿਰ ਇਹ ਜੀਵ ਇਹ ਸੰਸਾਰ ਨੂੰ ਇਸ ਪ੍ਰਕਾਰ ਝੂਠਾ ਮੰਨਦਾ ਹੈ। ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨੈ। ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਜੋਗੀ ਦੇ ਪ੍ਰਥਾਏ ਪਾਵਨ ਸ਼ਬਦ ਉਚਾਰਿਆ। ਸੂਹੀ ਮਹੱਲਾ ਪੰਜਵਾ ਘਰ ਪਹਿਲਾ।
ਇਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗਣੀ ਵਿੱਚ ਪੰਜਵੇਂ ਪਾਤਸ਼ਾਹ ਸੁਰਤਾਰ ਦੇ ਪਹਿਲੇ ਘਰ ਵਿੱਚ ਪਾਵਨ ਸ਼ਬਦ ਉਚਾਰ ਰਹੇ ਹਨ। ਪਹਿਲਾਂ ਮੰਗਲ ਕਰਦੇ ਆ। ਇੱਕ ਅਦਵੈਤ ਸਰੂਪ ਪ੍ਰਮਾਤਮਾ ਜੋ ਸਾਰਿਆਂ ਨੂੰ ਰਚਣਹਾਰਾ ਹੈ, ਜੋ ਸੱਚਾ ਹੈ, ਚੇਤਨ ਸਰੂਪ ਹੈ, ਮੰਗਲ ਸਰੂਪ ਹੈ। ਇੱਕ ਉਹ ਪਰਮੇਸ਼ਰ ਸਾਰਿਆਂ ਨੂੰ ਪੈਦਾ ਕਰਨ ਵਾਲਾ, ਉਹ ਸਾਡਾ ਸੱਚਾ ਗੁਰੂ ਹੈ। ਪ੍ਰਸਾਦ ਉਹਦੀ ਸਾਡੇ ਉੱਪਰ ਕਿਰਪਾ ਹੈ। ਬਾਜੀ ਗਰ ਜੈਸੇ ਬਾਜੀ ਪਾਈ। ਧੰਨ ਗੁਰੂ ਗਰੀਬ ਨਿਵਾਜ ਜੀ ਨੇ ਅੰਮ੍ਰਿਤ ਬਾਣੀ ਉਚਾਰ ਕੇ ਜੋਗੀ ਨੂੰ ਉਪਦੇਸ਼ ਦਿੱਤਾ ਹੈ। ਪਰਤਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਜੋਗੀ ਦੇ ਪਰਥਾਏ ਇਹ ਸ਼ਬਦ ਉਚਾਰਿਆ, ਪਰ ਸਾਡੇ ਸਾਰਿਆਂ ਵਾਸਤੇ ਇਹ ਉਪਦੇਸ਼ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਹੈ ਜੋਗੀ, ਜਿਵੇਂ ਬਾਜੀਗਰ ਆਪਣੀ ਬਾਜੀ ਪਾਉਂਦਾ ਖੇਡ ਰਚਦਾ ਹੈ, ਨਾਨਾ ਰੂਪ ਭੇਖ ਦਿਖਲਾਈ। ਉਸ ਵੇਲੇ ਉਹ ਆਪਣੇ ਇਲਮ ਦੇ ਨਾਲ ਨਾਨਾ ਪ੍ਰਕਾਰ ਦੇ ਰੂਪ ਭੇਖ ਵਿਖਾ ਦਿੰਦਾ ਹੈ। ਸਾਂਗ ਉਤਾਰ ਥਮਿਓ ਪਾਸਾਰਾ। ਜਦੋਂ ਉਹ ਖੇਡ ਰਚਦਾ, ਆਪਣੇ ਖਾਲੀ ਝੋਲੇ ਚੋਂ ਕਈ ਕੁਝ ਕੱਢ ਕੇ ਵਿਖਾ ਦਿੰਦਾ ਹੈ, ਪਰ ਜਦੋਂ ਖੇਡ ਨੂੰ ਸਮੇਟਦਾ ਹੈ, ਸਵਾਂਗ ਜਿਹੜਾ ਰਚਿਆ ਸੀ ਉਹਨੂੰ ਉਤਾਰ ਕਰਕੇ ਸਾਰੇ ਪਸਾਰੇ ਨੂੰ ਇਕੱਠਾ ਕਰ ਲੈਂਦਾ ਹੈ। ਸਭ ਏਕੋ ਏਕੰਕਾਰਾ। ਤਦੋਂ ਇੱਕ ਕੱਲਾ ਬਾਜੀਗਰ ਰਹਿ ਜਾਂਦਾ। ਉਹ ਜਿੰਨੇ ਵੀ ਉਹਨੇ ਰਚੇ ਸਨ, ਰਚਨਾ ਰਚੀ ਸੀ, ਉਹ ਸਾਰੇ ਸਮੇਟੇ ਗਏ। ਇਸ ਪ੍ਰਕਾਰ ਕਵਨ ਰੂਪ ਦਿਸਟਿਓ ਬਿਨ ਸਾਇਓ। ਦੱਸੋ ਇਹ ਕਿਹੜਾ ਰੂਪ ਹੈ ਜਿਹੜਾ ਦ੍ਰਿਸ਼ਟਮਾਨ ਹੈ, ਦਿਸਿਆ ਸੀ ਤੇ ਨਾਸ਼ ਹੋ ਗਿਆ। ਕਤ ਹੈ ਗਇਓ ਉਹ ਕਤ ਤੇ ਆਇਓ। ਕਿੱਥੇ ਗਿਆ ਹੈ, ਉਹ ਕਿੱਥੋਂ ਆਇਆ ਸੀ ਜੀਵ। ਰਹਾਉ ਪੜ੍ਹ ਦਿਓ। ਜਲ ਤੇ ਉਠੈ ਅਨਕ ਤਰੰਗਾ। ਸੋ ਜਲ ਤੇ ਉਠੈ, ਜਲ ਤੋਂ ਪਾਣੀ ਤੋਂ ਜਿਵੇਂ ਅਨੇਕਾਂ ਹੀ ਲਹਿਰਾਂ ਪੈਦਾ ਹੁੰਦੀਆਂ ਹਨ। ਕਨਕ ਭੂਖਨ ਕੀਨੇ ਬਹੁ ਰੰਗਾ। ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਪਾਵਨ ਸ਼ਬਦ ਦੇ ਵਿੱਚ ਸੋ ਵਿਵਰਤਵਾਦ ਕਥਨ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਫਰਮਾਉਂਦੇ ਹਨ, ਵੇਖੋ ਜਿਵੇਂ ਸਮੁੰਦਰ ਦੇ ਪਾਣੀ ਵਿੱਚੋਂ ਹਵਾ ਚੱਲਣ ਦੇ ਨਾਲ ਅਨੇਕਾਂ ਲਹਿਰਾਂ ਪੈਦਾ ਹੋ ਜਾਂਦੀਆਂ, ਬੁਲਬੁਲੇ ਝੱਗ ਪੈਦਾ ਹੋ ਜਾਂਦੀ ਹੈ, ਪਰ ਉਹ ਪਾਣੀ ਤੋਂ ਵੱਖਰਾ ਕੁਝ ਨਹੀਂ। ਸਿਆਣੇ ਜਾਣਦੇ ਆ ਕਿ ਉਹ ਲਹਿਰ ਹੈ, ਲਹਿਰ ਨਹੀਂ, ਪਾਣੀ ਹੀ ਹੈ। ਉਹ ਹਵਾ ਦੇ ਨਾਲ ਚੱਲਿਆ ਹੈ ਪਾਣੀ ਉਹਦੇ ਵਿੱਚ ਵੀ। ਸੋ ਇਸੇ ਤਰ੍ਹਾਂ ਸੋਨੇ ਦੀ ਡਲੀ ਤੋਂ ਅਨੇਕਾਂ ਪ੍ਰਕਾਰ ਦੇ ਗਹਿਣੇ ਬਣਾ ਦਿੱਤੇ। ਕੋਈ ਨੱਕ ਵਿੱਚ ਪਾਉਣ ਵਾਲੀਆਂ ਨੱਥਾਂ, ਕੋਈ ਕੰਨ 'ਚ ਵਾਲੀਆਂ। ਸੋ ਇਸ ਪ੍ਰਕਾਰ ਗਜਰੇ, ਕੜੇ, ਹੋਰ ਛਾਪਾਂ, ਛੱਲੇ, ਗੁਰੂ ਕੇ ਪਿਆਰਿਓ ਅਨੇਕਾਂ ਪ੍ਰਕਾਰ ਦੇ ਇਹ ਗਹਿਣੇ ਬਣਾ ਲਏ। ਪਰ ਹੈ ਕਿ ਜਦੋਂ ਗਹਿਣਾ ਨਹੀਂ ਸੀ ਬਣਿਆ ਉਦੋਂ ਵੀ ਸੋਨਾ ਸੀ। ਜੇ ਹੁਣ ਗਹਿਣੇ ਬਣ ਗਏ ਆ ਤੇ ਤਾਂ ਵੀ ਉਹ ਸੋਨਾ ਹੀ ਹੈ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ। ਇਸੇ ਪ੍ਰਕਾਰ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਨਹੀਂ ਸੀ ਰਚੀ ਤਾਂ ਉਦੋਂ ਵੀ ਪਰਮੇਸ਼ਰ ਆਪ ਹੀ ਸੀ। ਹੁਣ ਜੇ ਸ੍ਰਿਸ਼ਟੀ ਰਚੀ ਹੈ, ਅਨੇਕਾਂ ਰੂਪ ਧਾਰਨ ਕਰ ਲਿਆ, ਤਾਂ ਕੋਈ ਬਦਲ ਨਹੀਂ ਗਿਆ। ਪਰਮੇਸ਼ਰ ਦੀ ਸਾਰੀ ਰਚਨਾ ਹੈ। ਆਪ ਹੀ ਸਾਰੇ ਸਰੀਰ ਬਣਾ ਕੇ ਤੇ ਸਾਰਿਆਂ ਵਿੱਚ ਫਿਰ ਆਪ ਹੀ ਬੈਠਾ ਹੈ। ਕਿਵੇਂ ਵਿਆਪਕ ਹੈ, ਅੱਗੇ ਦ੍ਰਿਸ਼ਟਾਂਤ ਦੇਣਗੇ ਸਤਿਗੁਰੂ ਗਰੀਬ ਨਿਵਾਜ। ਫਲ ਪਾਕੇ ਤੇ ਏਕੰਕਾਰਾ। ਵੇਖੋ ਜਿਵੇਂ ਕੋਈ ਬੀਜ ਬੀਜੀਦਾ ਹੈ, ਜਦੋਂ ਬੀਜ ਬੀਜਿਆ ਤੇ ਉਹਦੇ ਵਿੱਚੋਂ ਹੇਠਾਂ ਨੂੰ ਜੜ ਗਈ ਤੇ ਉੱਪਰ ਨੂੰ ਅੰਕੁਰ ਫੁੱਟਿਆ, ਉਹਦੇ ਵਿੱਚੋਂ ਪੱਤੇ ਹੋਏ, ਪੱਤਿਆਂ ਤੋਂ ਪੌਦਾ ਬਣਿਆ, ਪੌਦਾ ਟਹਿਣ ਬਣਿਆ, ਟਹਿਣੀਆਂ, ਫੁੱਲ ਲੱਗੇ, ਫਲ ਲੱਗੇ। ਜਦੋਂ ਫਲ ਲੱਗੇ ਤੇ ਫਲ ਦੇ ਵਿੱਚੋਂ ਵੇਖਿਆ ਉਹੀ ਬੀਜ ਜਿਹੜਾ ਬੀਜਿਆ ਸੀ।
ਇਸ ਪ੍ਰਕਾਰ ਸਹਸ ਘਟਾ ਮਹਿ ਏਕ ਆਕਾਸ। ਹੋਰ ਦ੍ਰਿਸ਼ਟਾਂਤ ਸਤਿਗੁਰੂ ਫਰਮਾਉਂਦੇ ਹਨ, ਹਜ਼ਾਰਾਂ ਘੜੇ ਪਾਣੀ ਜੋ ਖਾਲੀ ਘੜ ਕੇ ਰੱਖ ਦਈਏ, ਹਜ਼ਾਰਾਂ ਘੜਿਆਂ ਦੇ ਵਿੱਚ ਇੱਕ ਆਕਾਸ਼ ਹੀ ਹੈ। ਜਦੋਂ ਘੜਾ ਨਹੀਂ ਸੀ ਬਣਿਆ ਤਾਂ ਉਸ ਵੇਲੇ ਵੀ ਆਕਾਸ਼ ਹੈ ਸੀ। ਹੁਣ ਘੜੇ ਬਣ ਗਏ ਆ ਤੇ ਇਹਨਾਂ ਵਿੱਚ ਵੀ ਆਕਾਸ਼ ਹੈ। ਗੁਰੂ ਕੇ ਪਿਆਰਿਓ, ਜਿਸ ਵੇਲੇ ਹਾਂਜੀ ਅੱਗੇ ਫਰਮਾਉਂਦੇ ਹਨ, ਘਟ ਫੂਟੇ ਤੇ ਉਹੀ ਪਰਗਾਸ। ਜਿਸ ਵੇਲੇ ਘੜਾ ਫੁੱਟ ਜਾਏ, ਤੋੜ ਦਿੱਤਾ ਜਾਏ, ਤੇ ਆਕਾਸ਼ ਤਾਂ ਉੱਥੇ ਰਹਿੰਦਾ, ਆਕਾਸ਼ ਕਿਤੇ ਨਹੀਂ ਜਾਂਦਾ। ਪਰਮ ਲੋਭ ਮੋਹ ਮਾਇਆ ਵਿਕਾਰ। ਸਤਿਗੁਰੂ ਗਰੀਬ ਨਿਵਾਸ ਜੀ ਨੇ ਇੰਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਇਹ ਜੀਵ ਦਾ ਜੋ ਅਸਲ ਸਰੂਪ ਹੈ ਨਾ, ਪਰਮੇਸ਼ਰ ਜੋ ਚੇਤਨ ਹੈ, ਉਹ ਤਾਂ ਉਹੀ ਹੈ। ਭਾਵੇਂ ਸਰੀਰ ਜਨਮ ਲੈਂਦਾ ਹੈ, ਮਰਦਾ ਹੈ, ਮਨ ਹਰਖ ਨੂੰ ਧਾਰਦਾ ਹੈ, ਸੋ ਪ੍ਰਾਣ ਭੁੱਖੇ ਪਿਆਸੇ ਹੁੰਦੇ ਆ, ਪਰ ਪਰਮੇਸ਼ਰ ਦਾ ਜੋ ਇਹ ਜੀਵ ਦਾ ਜੋ ਵਾਸਤਵ ਸਰੂਪ ਹੈ, ਉਹ ਆਨੰਦ ਸਰੂਪ ਹੈ, ਚੇਤਨ ਸਰੂਪ ਹੈ। ਕਾਰਨ ਕੀ ਉਹ ਪ੍ਰਾਪਤ ਕਿਉਂ ਨਹੀਂ ਹੁੰਦਾ? ਭ੍ਰਮ ਛੂਟੇ ਤੇ ਏਕੰਕਾਰ। ਭਰਮ, ਲੋਭ, ਮੋਹ, ਮਾਇਆ ਆਦਿਕ ਇਹ ਕਨਾਤ ਤਣੀ ਹੋਣ ਕਰਕੇ, ਇਹ ਵਿਕਾਰਾਂ ਵਿੱਚ ਉਲਝਿਆ ਹੋਣ ਕਰਕੇ ਸਤਿਗੁਰੂ ਜੀ ਫਰਮਾਉਂਦੇ ਇਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਭਰਮ ਛੂਟੇ ਤੇ ਏਕੰਕਾਰ। ਜਦੋਂ ਇਹ ਭਰਮ ਨਾਸ਼ ਹੋ ਜਾਏ ਸਤਿਗੁਰੂ ਜੀ ਦੀ ਕਿਰਪਾ ਨਾਲ, ਤਾਂ ਉਹ ਏਕੰਕਾਰ ਪਰਮੇਸ਼ਰ ਹੀ ਸਾਰੇ ਪਾਸੇ ਦਿਸ ਪੈਂਦਾ ਹੈ। ਸੋ ਜਿਵੇਂ ਭਗਤ ਨਾਮਦੇਵ ਜੀ ਨੇ ਫਰਮਾਇਆ, ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਉਹਨਾਂ ਨੂੰ ਦਿਸ ਪਿਆ ਸਾਰੇ ਪਾਸੇ, ਸਾਰਿਆਂ ਵਿੱਚ ਪਰਮੇਸ਼ਰ ਬੈਠਾ ਵੇਖਦੇ ਹਨ। ਉਹ ਅਬਿਨਾਸੀ ਬਿਨਸਤ ਨਾਹੀ। ਫਿਰ ਬ੍ਰਹਮ ਨਾਸ਼ ਰਹਿਤ ਹੈ, ਕਦੀ ਵੀ ਨਾਸ਼ ਨਹੀਂ ਹੁੰਦਾ। ਨਾ ਕੋ ਆਵੈ ਨਾ ਕੋ ਜਾਹੀ। ਨਾ ਹੀ ਕਿਤੇ ਜਨਮ ਧਾਰ ਕੇ ਆਉਂਦਾ ਹੈ, ਨਾ ਹੀ ਕਿਤੇ ਮਰ ਕੇ ਜਾਂਦਾ ਹੈ। ਜਿਵੇਂ ਘੜਾ ਫੁੱਟ ਗਿਆ, ਘੜਾ ਬਣਿਆ ਤੇ ਆਕਾਸ਼ ਉੱਥੇ ਹੀ ਹੈ। ਘੜੇ ਨੂੰ ਚੁੱਕ ਕੇ ਲਈ ਫਿਰੋ, ਆਕਾਸ਼ ਕਿਤੇ ਜਾਂਦਾ ਨਹੀਂ। ਘੜੇ ਨੂੰ ਤੋੜ ਦਿਓ, ਆਕਾਸ਼ ਨਾਸ਼ ਨਹੀਂ ਹੁੰਦਾ। ਇਸੇ ਪ੍ਰਕਾਰ ਸਰੀਰ ਨਹੀਂ ਸੀ ਬਣਿਆ ਤਾਂ ਉਦੋਂ ਵੀ ਪਰਮੇਸ਼ਰ ਬ੍ਰਹਮ ਚੇਤਨ ਆਕਾਸ਼ ਦੀ ਤਰ੍ਹਾਂ ਵਿਆਪਕ ਹੈ। ਜਦੋਂ ਸਰੀਰ ਬਣਿਆ, ਸਰੀਰ ਤੁਰੇ ਫਿਰੇ, ਉਹ ਕਿਤੇ ਨਹੀਂ ਜਾਂਦਾ, ਉਹ ਸਥਿਰ ਹੈ। ਸਰੀਰ ਨਾਸ਼ ਹੋ ਗਿਆ, ਪਰ ਪਰਮੇਸ਼ਰ ਦਾ ਨਾਸ਼ ਤੇ ਨਹੀਂ ਹੋਇਆ। ਫੁੱਟਿਆ ਕੀ, ਮਰਿਆ ਕੌਣ, ਗਿਆ ਕੌਣ? ਮਰ ਗਈ ਸੁਰਤ, ਨਾਸ਼ ਹੋ ਗਿਆ ਸਰੀਰ, ਪਰ ਉਹ ਪਰਮੇਸ਼ਰ ਉਸੇ ਤਰ੍ਹਾਂ ਹੀ ਹੈ। ਗੁਰ ਪੂਰੇ ਹਉ ਮੈਂ ਮਲ ਧੋਈ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਯੋਗੀ ਦੇ ਪ੍ਰਥਾਏ ਉਚਾਰ ਕੇ ਯੋਗੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਪੂਰਿਆਂ ਗੁਰਾਂ ਨੇ ਮੇਰੀ ਹਉਮੈ ਮੈਲ ਧੋ ਦਿੱਤੀ ਹੈ। ਕਹੋ ਨਾਨਕ ਮੇਰੀ ਪਰਮ ਗਤ ਹੋਈ। ਹੁਣ ਮੇਰੀ ਪਰਮ ਮੁਕਤੀ ਮੈਨੂੰ ਪ੍ਰਾਪਤ ਹੋ ਗਈ ਹੈ। ਪਰਮ ਗਤ, ਪਰਮ ਮੁਕਤੀ ਮੈਨੂੰ ਪ੍ਰਾਪਤ ਹੋ ਗਈ ਹੈ। ਚੌਪਈ ਬਾਜੀ ਗਰ ਜਿਮ ਬਾਜੀ ਪਾਵਹਿ। ਸੋ ਗੁਰੂ ਕੇ ਪਿਆਰਿਓ, ਇੱਥੇ ਹੀ ਸਮਾਪਤੀ ਕਰਦੇ ਹਾਂ। ਅੱਗੇ ਚੌਪਈ ਦੇ ਵਿੱਚ ਆਪਣੀ ਚੌਪਈ ਬਾਜੀ ਗਰ ਜਿਮ ਬਾਜੀ ਪਾਵਹਿ। ਸੋ
ਕਵੀ ਜੀ ਉਚਾਰ ਰਹੇ ਹਨ, ਸਿੱਖ ਸਤਿਗੁਰਾਂ ਨੇ ਜੋ ਇਹ ਪਾਵਨ ਸ਼ਬਦ ਉਚਾਰਿਆ ਇਹਦਾ ਉਲੱਥਾ ਕਰ ਰਹੇ ਹਨ ਕਵੀ ਜੀ ਆਪਣੀ ਕਵਿਤਾ ਵਿੱਚ। ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਅਨਕ ਰੂਪ ਕਰ ਸਵਾਂਗ ਦਿਖਾਵੈ ਹੈ। ਇਸੇ ਦੇ ਅਰਥ ਕਰ ਰਹੇ ਹਨ, ਅਨੇਕਾਂ ਰੂਪ ਧਾਰ ਕੇ ਸਵਾਂਗ ਤਮਾਸ਼ਾ ਵਿਖਾਉਂਦਾ ਹੈ। ਕਿਰਿਆ ਕਰਾਵਤ ਅਨਕ ਪ੍ਰਕਾਰਾ, ਔਰ ਪੁਤਲੀਆਂ ਕੋਲੋਂ ਅਨੇਕਾਂ ਪ੍ਰਕਾਰ ਦੀ ਕਿਰਿਆ ਕਰਾਉਂਦਾ ਹੈ। ਫਿਰਹਿ ਲਰਹਿ ਬੜ ਬਾਂਧ ਅਖਾਰਾ, ਉਹ ਪੁਤਲੀਆਂ ਫਿਰਦੀਆਂ ਲੜਦੀਆਂ ਬਹੁਤਾ ਅਖਾੜਾ ਯੁੱਧ ਮਚਾਉਂਦੀਆਂ ਹਨ। ਇੱਕ ਬਾਜੀਗਰ ਤਿੰਨ ਮਹਿ ਸਾਚਾ, ਪਰ ਜਿਵੇਂ ਉਹ ਸਾਰੀ ਖੇਡ ਝੂਠੀ ਆ, ਉਹਨਾਂ ਵਿੱਚ ਇੱਕ ਸੱਚਾ ਚੇਤਨ ਬਾਜੀਗਰ ਹੀ ਆ। ਬਾਕੀਆਂ ਨੂੰ ਤਾਂ ਜਿਵੇਂ ਫੜ ਕੇ ਚਲਾਉਂਦਾ ਉਸੇ ਤਰ੍ਹਾਂ ਪੁਤਲੀਆਂ ਚੱਲਦੀਆਂ ਹਨ। ਬਾਜੀ ਸਭ ਮਿਥਿਆ ਕਚ ਪਾਚਾ, ਇਸ ਕਰਕੇ ਸਾਰੀ ਬਾਜੀ ਖੇਡ ਮਿਥਿਆ ਝੂਠੀ ਹੈ, ਕੱਚੀ ਹੈ, ਪਾਜ ਹੈ। ਸਗਰੀ ਪੁਤਰੀ ਪੁਰਖ ਅਧੀਨ, ਉਹ ਸਾਰੀਆਂ ਪੁਤਲੀਆਂ ਉਹ ਪੁਰਖ ਬਾਜੀਗਰ ਦੇ ਅਧੀਨ ਹਨ। ਨਾਚ ਹੈ ਜਥਾ ਨਚਾਵਨ ਕੀਨ, ਜਿਵੇਂ ਬਾਜੀਗਰ ਨਚਾਉਂਦਾ ਉਵੇਂ ਨੱਚਦੀਆਂ ਹਨ। ਕਿਸੇ ਪਲਾਵੈ ਕਿਸੇ ਜਿਤਾਵੈ, ਯੁੱਧ ਕਰਾ ਕੇ ਕਿਸੇ ਨੂੰ ਭਜਾ ਦਿੰਦਾ, ਕਿਸੇ ਨੂੰ ਜਿਤਾ ਦਿੰਦਾ ਹੈ। ਕੋ ਸੋਗੀ ਕੋ ਹਰਖ ਉਪਾਵੈ, ਕੋਈ ਹਾਰ ਕੇ ਸੋਗ ਨੂੰ ਧਾਰਦਾ, ਕੋਈ ਜਿੱਤ ਕੇ ਖੁਸ਼ ਹੁੰਦਾ ਹੈ। ਜਬ ਹੈ ਸੰਕੋਚ ਹੈ ਸਕਲ ਪਸਾਰਾ, ਜਦੋਂ ਫਿਰ ਇਹ ਸਾਰੀ ਖੇਡ ਨੂੰ ਸੰਕੋਚ ਲੈਂਦਾ ਹੈ। ਰਹਿ ਇਕਾਂਕੀ ਕਰਨ ਹਾਰਾ, ਇਕੱਲਾ ਕਰਨਹਾਰ ਬਾਜੀਗਰ ਰਹਿ ਜਾਂਦਾ ਹੈ। ਤਿਮ ਜਾਨੋ ਪਰਮੇਸ਼ਰ ਰੂਪ, ਸਤਿਗੁਰੂ ਫਰਮਾਉਂਦੇ ਇਸੇ ਪ੍ਰਕਾਰ ਪਰਮੇਸ਼ਰ ਦਾ ਜੋ ਸਰੂਪ ਜਾਣੋ। ਨਿਜ ਇੱਛਾ ਤੇ ਕਰਹਿ ਅਨੂਪ, ਆਪਣੀ ਇੱਛਾ ਦੁਆਰਾ ਉਪਮਾ ਤੋਂ ਰਹਿਤ ਇਹ ਖੇਡ ਰਚੀ ਸੰਸਾਰ ਦੀ। ਅਖਿਲ ਚਰਾਚਰ ਕੋ ਉਪਜਾਇਓ, ਸਾਰੇ ਜੜ ਚੇਤਨ ਜੜ ਜੰਗਮ ਸਾਰਿਆਂ ਨੂੰ ਪੈਦਾ ਕਰਦਾ ਹੈ। ਆਪਨ ਸ਼ਕਤ ਤੇ ਵੱਧ ਪ੍ਰਵਸ਼ਾਇਓ, ਸੋ ਆਪਣੀ ਸ਼ਕਤੀ ਨਾਲ ਰਚ ਕੇ ਤੇ ਫਿਰ ਇਹਨਾਂ ਸਾਰਿਆਂ ਵਿੱਚ ਪ੍ਰਵੇਸ਼ ਹੈ। ਚੇਤਨਤਾ ਜੀਵਨ ਕਹ ਹੋਈ, ਸੋ ਵਾਹਿਗੁਰੂ ਦੀ ਬ੍ਰਹਮ ਦੀ ਚੇਤਨਤਾ ਹੀ ਇਹਨਾਂ ਜੀਵਾਂ ਨੂੰ ਪ੍ਰਾਪਤ ਹੈ। ਕਿਰਿਆ ਕਰਤ ਜਿਸ ਤੇ ਸਭ ਕੋਈ, ਜਿਸ ਕਰਕੇ ਸਾਰੇ ਜੀਵ ਹਰਕਤ ਕਰਦੇ ਆ, ਤੁਰਦੇ ਫਿਰਦੇ ਹਨ। ਦੁੱਖ ਸੁਖ ਤੇ ਹੈ ਬਿਖਮ ਮਹਾਨੇ, ਸੋ ਹਰਕ ਸੋਗ ਨੂੰ ਵੀ ਧਾਰਦੇ ਆ, ਉਹ ਪਰਮੇਸ਼ਰ ਦੀ ਚੇਤਨਤਾ ਕਰਕੇ ਹੀ ਹੈ। ਇਸ ਮਹਿ ਕਰਮ ਹੀਤ ਤਾ ਜਾਣੇ, ਪਰ ਦੁੱਖ ਸੁਖ ਦਾ ਕਾਰਨ ਇਹਨਾਂ ਦੇ ਕਰਮ ਜਾਣੋ। ਜਬ ਚਾਹਤ ਇਨ ਲੈ ਕਹੋ ਕਰਬੇ, ਜਦੋਂ ਇਹ ਸੰਸਾਰ ਪਸਾਰੇ ਨੂੰ ਵਾਹਿਗੁਰੂ ਲੈ ਕਰਨਾ ਚਾਹੁੰਦੇ ਹਨ। ਅਖਲ ਬਨਾਸ ਹੈ ਏਕੋ ਬਿਥਿਰਬੇ, ਸਾਰਾ ਸੰਸਾਰ ਪਸਾਰਾ ਨਾਸ਼ ਹੋ ਜਾਂਦਾ, ਇੱਕ ਪਰਮੇਸ਼ਰ ਹੀ ਥਿਰ ਰਹਿੰਦਾ ਹੈ। ਉਤਪਤ ਕੌਣ ਰੂਪ ਇਹੋ ਹੋਏ, ਦੱਸੋ ਇਹ ਕਿਹੜੇ ਰੂਪ ਤੋਂ ਉਤਪਤੀ ਹੋਈ ਹੈ। ਕਹੋ ਬਿਨਾਸ਼ ਮਾਨ ਹੈ ਕੋਏ, ਕਿਹਦੀ ਉਤਪਤੀ ਹੋਈ ਤੇ ਨਾਸ਼ ਕੌਣ ਹੋ ਗਿਆ। ਇਸ ਪਰ ਸੁਨੋ ਅਪਰ ਦ੍ਰਿਸ਼ਟਾਂਤ, ਜੇ ਨਹੀਂ ਸਮਝ ਆਈ ਨਾ ਤਾਂ ਸਤਿਗੁਰੂ ਕਹਿੰਦੇ ਹੋਰ ਦ੍ਰਿਸ਼ਟਾਂਤ ਸੁਣੋ। ਜਿਸ ਬਿਦ ਹੋਏ ਸੁਨੋ ਸਭ ਭਾਂਤ, ਜਿਸ ਪ੍ਰਕਾਰ ਹੁੰਦੀ ਸਾਰੇ ਤਰ੍ਹਾਂ ਸੁਣੋ। ਜਲ ਤੇ ਅਦਕ ਤਰੰਗ ਉਠੰਤੇ, ਵੇਖੋ ਇੱਕ ਸਮੁੰਦਰ ਤੋਂ ਲਹਿਰਾਂ ਬਹੁਤੀਆਂ ਪੈਦਾ ਹੁੰਦੀਆਂ ਹਨ। ਲੱਗਦੀ ਰਗ ਹੈ ਪੁਨ ਬਿਨ ਸੰਤੇ, ਉਹ ਲਹਿਰਾਂ ਕਦੀ ਹਵਾ ਨਾਲ ਤੇਜ਼ ਹਵਾ ਨਾਲ ਵੱਡੀਆਂ ਹੋ ਜਾਂਦੀਆਂ, ਕਦੀ ਹੌਲੀ ਤੇ ਕਦੀ ਫਿਰ ਸ਼ਾਂਤ ਸਮੁੰਦਰ। ਭਏ ਤਰੰਗ ਇਹ ਜਲ ਸੋਈ, ਜਦੋਂ ਲਹਿਰਾਂ ਬੜੀਆਂ ਉਦੋਂ ਵੀ ਜਲ ਸੀ। ਨਾਮ ਮਾਤਰ ਇੱਕ ਤਿੰਨ ਕਹੋ ਹੋਈ, ਇੱਕ ਨਾਮ ਹੀ ਬਦਲਿਆ ਕਿ ਇਹ ਲਹਿਰਾਂ ਵਾਂ, ਬਾਕੀ ਹੈ ਤਾਂ ਪਾਣੀ ਹੀ। ਜੇ ਨਹਿ ਜਾਣਤ ਸੋ ਇਮ ਕਹੀ, ਪਰ ਜਿਹੜੇ ਨਹੀਂ ਜਾਣਦੇ ਉਹ ਇਸ ਤਰ੍ਹਾਂ ਕਹਿੰਦੇ ਹਨ। ਭਇਓ ਤਰੰਗ ਸੋ ਜਲ ਹੋਇ ਨਹੀਂ, ਕਹਿਣ ਲੱਗੇ ਜੀ ਨਹੀਂ ਇਹ ਤਾਂ ਲਹਿਰ ਹੈ, ਇਹ ਜਲ ਨਹੀਂ ਹੈ। ਜੋ ਜਲ ਜਾਣਹਿ ਅਖਿਲ ਤਰੰਗ, ਪਰ ਜਿਹੜੇ ਜਾਣਦੇ ਹਨ ਕਿ ਇਹ ਜਲ ਹੈ ਸਾਰੀਆਂ ਲਹਿਰਾਂ ਵੀ। ਸਿੱਧ ਕਰਹਿ ਕਾਰਜ ਸਰਬੰਗ,
ਤਾਂ ਫਿਰ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੇ ਹਨ। ਪਾਨ ਸਨਾਨ ਕਰਹਿ ਸਭ ਰੀਤ, ਉਹ ਜਲ ਵਰਤ ਕਰਕੇ ਪਾਣੀ ਜਲ ਛਕਦੇ ਹਨ, ਇਸ਼ਨਾਨ ਕਰ ਲੈਂਦੇ ਸਾਰੇ ਪ੍ਰਕਾਰ। ਤ੍ਰਿਖਾ ਮਲਨਤਾ ਬਿਨ ਹੋਇ ਨੀਤ, ਤਿਰਖਾ ਤੋਂ ਰਹਿਤ ਹੋ ਜਾਂਦੇ, ਮਲੀਨਤਾ ਤੋਂ ਰਹਿਤ ਹੋ ਜਾਂਦੇ ਹਨ। ਅਪਰ ਤੀਸਰੋ ਜੋਗੀ ਸੁਨੋ, ਹੈ ਜੋਗੀ ਤੀਜਾ ਹੋਰ ਦ੍ਰਿਸ਼ਟਾਂਤ ਸੁਣੋ। ਸ਼ੁਭ ਦ੍ਰਿਸ਼ਟਾਂਤ ਹਿਰਦੈ ਇਮ ਗੁਨੋ, ਇਹ ਸ਼ੁਭ ਦ੍ਰਿਸ਼ਟਾਂਤ ਹਿਰਦੇ ਵਿੱਚ ਇਸ ਪ੍ਰਕਾਰ ਵਿਚਾਰੋ। ਕੰਚਨ ਏਕ ਬਨਿਓ ਬਹੁ ਭਾਂਤ, ਇੱਕ ਸੋਨਾ ਬਹੁਤ ਪ੍ਰਕਾਰ ਨਾਲ ਬਣਿਆ। ਕੁੰਡਲ ਕਟਕ ਆਦ ਦਰਸਾਤ, ਕੁੰਡਲ ਕਈਏ ਵਾਲੇ, ਕੜੇ ਆਦਿਕ ਬਹੁਤ ਪ੍ਰਕਾਰ ਨਾਲ। ਕੰਚਨ ਨਾਮ ਛੋਰ ਕਰ ਕਹੈ, ਹੁਣ ਉਹਨੂੰ ਕੋਈ ਸੋਨਾ ਨਹੀਂ ਕਹਿੰਦਾ, ਕਹਿੰਦੇ ਜੀ ਇਹ ਤਾਂ ਵਾਲੇ ਹਨ, ਇਹ ਤਾਂ ਕੜਾ ਹੈ। ਇਸ ਪ੍ਰਕਾਰ ਇਹੀ ਕਟਕ ਇਹ ਕੁੰਡਲ ਅਹੈ, ਇਹ ਤਾਂ ਕੜਾ ਹੈ, ਇਹ ਤਾਂ ਕੁੰਡਲ ਵਾਲੇ ਹਨ। ਜੇ ਸਰਾਫ ਪਰਖਨ ਤਿਹ ਕਰੈ, ਪਰ ਜੋ ਪਰਖ ਵਾਲਾ ਨਾ ਸਰਾਪ ਇਹਨੂੰ ਪਰਖਦਾ ਹੈ, ਜਾਣਦਾ ਹੈ। ਕੰਚਨ ਬਿਨਾ ਨਾ ਕੁਛ ਮਨ ਧਰੈ, ਸੋਨੇ ਤੋਂ ਬਿਨਾ ਉਹ ਕੁਝ ਵੀ ਮਨ ਚ ਨਹੀਂ ਨੂੰ ਗਿਣਦਾ। ਨਾਮ ਆਕਾਰ ਗਿਨਹਿ ਨਹਿ ਕੋਏ, ਇਹਦਾ ਨਾਮ ਕੀ ਹੈ, ਇਹਦਾ ਆਕਾਰ ਕੀ ਹੈ, ਇਹ ਨਹੀਂ ਗਿਣਦਾ। ਕਨਕ ਵਾਸਤਵ ਪਰਖਹਿ ਸੋਏ, ਉਹ ਵਾਸਤਵ ਵਿੱਚ ਹੈ ਕੀ ਸੋਨਾ ਉਹ ਜਾਣਦਾ ਹੈ। ਤਿਮ ਗਿਆਨੀ ਕੋ ਨਾਨਾ ਨਾਹੀ, ਇਸੇ ਪ੍ਰਕਾਰ ਜੋ ਬ੍ਰਹਮ ਗਿਆਨੀ ਹਨ ਉਹ ਨਾਨਤਵ ਨਹੀਂ ਜਾਣਦੇ। ਸਭ ਮਹਿ ਬ੍ਰਹਮ ਰੂਪ ਦਰਸਾਹੇ, ਉਹ ਸਾਰਿਆਂ ਵਿੱਚ ਅਦਵੈਤ ਸਰੂਪ ਬ੍ਰਹਮ ਨੂੰ ਵੇਖਦੇ ਹਨ। ਭੂਖਨ ਤੇ ਪੂਰਬ ਸੁਭ ਕੰਚਨ, ਜਿਵੇਂ ਗਹਿਣੇ ਬਣਨ ਤੋਂ ਪਹਿਲਾਂ ਵੀ ਇਹ ਸੋਨਾ ਸੀ 12 ਮੰਨੀ ਦਾ। ਭੂਖਨ ਬਣੇ ਭੇਦ ਤੋ ਰੰਚਨਾ, ਜੇ ਗਹਿਣੇ ਬਣ ਗਏ ਤੇ ਤਾਂ ਵੀ ਭੇਦ ਰੰਚ ਮਾਤਰ ਵੀ ਨਹੀਂ ਹੈ। ਬਿਨ ਸੇ ਤੇ ਬਿਨ ਕਨਕ ਨਾ ਆਨ, ਫੇਰ ਜਦੋਂ ਇਹਨੂੰ ਸੋ ਪਾ ਕਰਕੇ ਢਾਲ ਦਿੱਤਾ, ਇਹਦੀ ਡਲੀ ਬਣਾਤੀ, ਤੇ ਤਾਂ ਵੀ ਗੁਰੂ ਕੇ ਪਿਆਰਿਓ ਇਹ ਸੋਨੇ ਤੋਂ ਬਿਨਾ ਕੁਝ ਹੋਰ ਨਹੀਂ ਹੈ। ਇਮ ਜਾਣਤ ਹੈ ਜੇ ਬੁੱਧਵਾਨ, ਜੋ ਬੁੱਧੀ ਵਾਲੇ ਹਨ ਉਹ ਇਸ ਪ੍ਰਕਾਰ ਜਾਣਦੇ ਹਨ, ਭਾਵ ਗਿਆਨਵਾਨ ਇਸ ਪ੍ਰਕਾਰ ਜਾਣਦੇ ਆ ਕਿ ਬ੍ਰਹਮ ਹੀ ਹੈ ਸਾਰੇ ਪਾਸੇ, ਵਾਹਿਗੁਰੂ ਦਾ ਹੀ ਪਸਾਰਾ ਹੈ, ਉਹਦੀ ਹੀ ਖੇਡ ਹੈ। ਆਪ ਹੀ ਖੇਡ ਵਿੱਚ ਰਚਿਆ ਹੈ, ਆਪ ਹੀ ਸੰਸਾਰ ਨੂੰ, ਜੀਵਾਂ ਨੂੰ ਖੇਡ ਖਿਡਾ ਰਿਹਾ ਹੈ ਆਪਣੇ ਤੋਂ ਪੈਦਾ ਕਰਕੇ। ਗੁਰੂ ਪਿਆਰਿਓ ਸਮੇਂ ਦੀ ਸਮਾਪਤੀ ਹੈ, ਇਸ ਕਰਕੇ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਇੱਕ ਬੇਨਤੀ ਹੈ ਸੋ ਪ੍ਰਬੰਧਕਾਂ ਵੱਲੋਂ ਕਿ ਸਮੇਂ ਦੇ ਵਿੱਚ ਕੱਲ ਦੇ ਸ਼ਾਮ ਦੇ ਦੀਵਾਨ ਤੋਂ ਤਬਦੀਲੀ ਕੀਤੀ ਗਈ ਹੈ। ਜੋ ਕਥਾ ਇਹ 4:15 ਵਜੇ ਆਰੰਭ ਹੁੰਦੀ ਹੈ, ਸੋ 4 ਵਜੇ ਤੋਂ 4:45 ਤੱਕ ਹੋਵੇਗੀ। ਇਸੇ ਤਰ੍ਹਾਂ ਸੋ ਕੀਰਤਨ ਸੋਦਰ ਚੌਂਕੀ ਜੋ ਹੈ 4:45 ਤੋਂ 5:45 ਤੱਕ ਹੋਵੇਗੀ ਸ਼ਾਮ ਵੇਲੇ। ਸੋਦਰ ਰਹਿਰਾਸ ਸਾਹਿਬ ਦੇ ਪਾਠ, ਅਰਦਾਸ, ਹੁਕਮਨਾਮਾ ਸਾਹਿਬ, ਸੋ ਇਹ ਗੁਰੂ ਕੇ ਪਿਆਰਿਓ ਸਭ 5:45 ਤੋਂ ਲੈ ਕੇ 6:25 ਤੱਕ ਹੋਵੇਗਾ। ਕੀਰਤਨ ਸੋਹਿਲਾ ਸੋ ਕੀਰਤਨ ਕਲਿਆਣ ਚੌਂਕੀ ਗੁਰੂ ਕੇ ਪਿਆਰਿਓ 6:25 ਤੋਂ ਲੈ ਕੇ 7:25 ਤੱਕ ਹੋਵੇਗੀ। ਹੁਕਮਨਾਮਾ ਸਾਹਿਬ ਸੁਖਾਸਨ ਔਰ ਸ਼ਬਦ ਚੌਂਕੀ ਜੋ ਹੈ 7:25 ਤੋਂ ਲੈ ਕੇ 7:40 ਤੱਕ ਹੋਵੇਗੀ। ਸ਼ਸਤਰਾਂ ਦੇ ਦਰਸ਼ਨ 7:40 ਤੋਂ 8 ਵਜੇ ਤੱਕ। ਇਸ ਪ੍ਰਕਾਰ ਜੋ ਕਿਵਾੜ ਬੰਦ ਤੇ ਬਾਕੀ ਸੇਵਾ 8 ਤੋਂ 8:15 ਤੱਕ। ਇਹ ਸਾਰੀ ਕੱਲ ਸਮੇਂ ਦੀ ਜੋ ਹੈ ਤਬਦੀਲੀ ਜੋ ਹੈ ਆਪ ਸੰਗਤਾਂ ਨੇ ਧਿਆਨ ਚ ਰੱਖ ਕੇ ਉਸ ਸਮੇਂ ਹਿਸਾਬ ਦੇ ਨਾਲ ਦੀਵਾਨ ਵਿੱਚ ਹਾਜ਼ਰੀ ਭਰਨੀ। ਸਾਰਿਆਂ ਦਾ ਧੰਨਵਾਦ। ਆਓ 2 ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਬਿਨ ਸੇ ਤੇ ਬਿਨ ਕਨਕ ਨ ਆਨ, ਇਮ ਜਾਣਤ ਹੈ ਜੇ ਬੁੱਧਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
हे गोविंद हे गोपाल हे दयाल लाल प्राणनाथ अनाथ सखे दीन दर्द ਨਿਵਾਰ हे समरथ अगम पूरन मोहे मया धार अंधकूप महाभयान नानक पार उतार हे अच्युत हे पार ब्रह्म अविनाशी अघनाश हे पूरन हे सर्व मैं दुख भंजन ਗੁਣਤਾਸ हे संगी हे निरंकार हे निर्गुण सब टेक हे गोविंद हे गुण निधान जाकै सदा विवेक हे अपरंपर हर हरे है पी हो अनहार हे संतह कै सदा संग निधारा आधार हे ठाकुर हौ दासरो मैं निर्गुण गुण नहीं कोय ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਜ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਧਾ ਕਰ ਸੇਵੰਦੇ ਬਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।